ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਾਹਿਤਕ ਕਿਰਨਾਂ ਭਾਗ ਦੂਜਾ ਦੇ ਵਿੱਚ ਦਰਜ ਕਵਿਤਾ ਗੁਰੂ ਉਪਦੇਸ਼ ਕਰਾਂਗੇ। ਇਹ ਕਵਿਤਾ ਪਵਨ ਹਰਚੰਦਪੁਰੀ ਦੀ ਲਿਖੀ ਹੋਈ ਹੈ ਅਤੇ ਇਸ ਕਵਿਤਾ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤਾਂ ਉਸ ਤੋਂ ਬਾਅਦ ਆਪਣੇ ਖਾਲਸੇ ਨੂੰ ਜੋ ਉਪਦੇਸ਼ ਦਿੱਤਾ ਸੀ, ਜੋ ਆਦੇਸ਼ ਦਿੱਤਾ ਸੀ, ਉਹ ਸਾਰਾ ਇਸ ਵਿੱਚ ਦਰਜ ਹੈ। ਅਤੇ ਸ਼ੁਰੂ ਕਰਦੇ ਹਾਂ ਕਵਿਤਾ ਗੁਰੂ ਉਪਦੇਸ਼। ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ। ਦਸੇ ਮਤਲਬ 10। ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ, ਰੌਸ਼ਨ ਸ਼ਮਾਏ ਰਹੂਗੀ ਜਗ ਅੰਦਰ, ਨੂਰੀ ਬਾਲੂ ਚਿਰਾਗੇ ਸੋਚ ਅੰਦਰ, ਸੂਰਜ ਵਾਂਗ ਲਿਸ਼ਕਾਏਗੀ ਮਨ ਅੰਦਰ। ਕਵੀ ਕੀ ਕਹਿ ਰਿਹਾ ਹੈ ਕਿ ਇਹ ਜਿਹੜੀ ਜੋਤ 10 ਗੁਰੂਆਂ ਨੇ ਬਾਲੀ ਹੈ ਸਿੱਖੀ ਦੀ, ਇਹ ਹਮੇਸ਼ਾ ਜੋ ਸਾਡਾ ਰਾਹ ਰੌਸ਼ਨ ਕਰਦੀ ਰਹੇਗੀ ਇਸ ਸਮਾਜ ਦੇ ਵਿੱਚ। ਅਤੇ ਇਹ ਜੋ ਹੈ ਨੂਰੀ ਬਾਲੂ ਮਤਲਬ ਕਿ ਨੂਰੀ ਮਤਲਬ ਨੂਰ, ਬਾਲੂ ਮਤਲਬ ਬਾਲਣਾ, ਚਿਰਾਗ ਮਤਲਬ ਰੌਸ਼ਨੀ ਕਰਨਾ। ਠੀਕ ਹੈ, ਕਹਿੰਦਾ ਇਹ ਜਿਹੜੀ ਉਹਨਾਂ ਨੇ ਸਿੱਖੀ ਦੀ ਜੋਤ ਬਾਲੀ ਹੈ, ਇਹ ਜੋ ਹੈ ਹਮੇਸ਼ਾ ਸਾਡੀ ਸੋਚ ਦੇ ਅੰਦਰ ਰਹੇਗੀ, ਹਮੇਸ਼ਾ ਪ੍ਰਕਾਸ਼, ਹਮੇਸ਼ਾ ਚਾਨਣ ਜੋ ਹੈ ਕਰਦੀ ਰਹੇਗੀ ਸਾਡੀ ਸੋਚ ਅੰਦਰ। ਅਤੇ ਜਿਸ ਤਰ੍ਹਾਂ ਸੂਰਜ ਰੌਸ਼ਨੀ ਦਿੰਦਾ ਹੈ, ਇਸੇ ਤਰ੍ਹਾਂ ਇਹ ਜੋ ਸਿੱਖੀ ਦੀ ਜੋਤ ਹੈ ਇਹ ਸਾਡੇ ਮਨ ਮੰਦਰ ਨੂੰ ਲਿਸ਼ਕਾਏਗੀ ਅਤੇ ਅਸੀਂ ਜੋ ਹੈ ਇਹਨਾਂ ਸਿੱਖੀ ਸਿਧਾਂਤ ਦੇ ਅਸੂਲਾਂ 'ਤੇ ਚੱਲਾਂਗੇ ਅਤੇ ਆਪਣੇ ਗੁਰੂ ਦੇ ਪਿਆਰੇ ਸਿੱਖ ਬਣਾਂਗੇ। ਨੈਕਸਟ ਪੈਰਾਗ੍ਰਾਫ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ। ਦੇਖੋ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ ਅਤੇ ਸਿੱਖੀ ਦੀ ਜੋਤ ਲੋਕਾਂ ਨੂੰ ਸਿੰਘ ਸਜਾਇਆ ਸੀ, ਤਾਂ ਉਸ ਦਾ ਜੋ ਹੈ ਉਦੇਸ਼ ਕੀ ਸੀ ਕਿ ਰਹਿਮ, ਕਰਮ ਅਤੇ ਧਰਮ, ਇਹ ਤਿੰਨ ਚੀਜ਼ਾਂ ਹਨ। ਰਹਿਮ, ਕਰਮ ਅਤੇ ਧਰਮ, ਇਹਨਾਂ ਦੀ ਆਪਸ ਵਿੱਚ ਗੂੜੀ ਸਾਂਝ ਰਹੇਗੀ। ਭਾਵ ਜੋ ਗੁਰੂ ਦਾ ਸਿੱਖ ਹੈ ਉਹ ਲੋਕਾਂ 'ਤੇ ਰਹਿਮ ਵੀ ਕਰੇਗਾ ਅਤੇ ਚੰਗੇ ਕਰਮ ਵੀ ਕਰੇਗਾ ਅਤੇ ਆਪਣਾ ਧਰਮ ਵੀ ਨਿਭਾਏਗਾ। ਇੱਕ ਗੁਰੂ ਦੇ ਸਿੱਖ ਵਿੱਚ ਇਹ ਜੋ ਹੈ ਸਾਰੇ ਗੁਣ ਹੋਣਗੇ। ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ। ਕਹਿੰਦਾ ਰਹਿਮ, ਕਰਮ ਅਤੇ ਧਰਮ ਦੀ ਸਾਂਝ ਗੂੜੀ, ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ, ਸਾੜ ਦੇਵੇ ਇਹ ਅੱਗ ਆਪਣੇ ਘਰ ਆਪਣੇ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਕਹਿੰਦਾ ਰਹਿਮ, ਕਰਮ ਅਤੇ ਧਰਮ, ਇਹਨਾਂ ਦੀ ਆਪਸ ਵਿੱਚ ਬੜੀ ਗੂੜੀ ਸਾਂਝ ਹੈ। ਅਤੇ ਜੋ ਸਿੱਖ ਸਜਾਏ ਹਨ, ਗੁਰੂ ਦੇ ਸਿੱਖ ਹਨ, ਗੁਰੂ ਦੇ ਸਿੰਘ ਹਨ, ਉਹਨਾਂ ਨੇ ਇਹਨਾਂ ਦੀ ਸਾਂਝ ਕਦੇ ਨਹੀਂ ਤੋੜਨੀ। ਮਤਲਬ ਇੱਕ ਇਨਸਾਨ ਦੇ ਵਿੱਚ ਰਹਿਮ ਵੀ ਹੋਣਾ ਚਾਹੀਦਾ ਹੈ ਔਰ ਕਰਮ ਵੀ ਔਰ ਧਰਮ ਵੀ, ਇਹ ਤਿੰਨੋਂ ਚੀਜ਼ਾਂ ਗੁਰੂ ਦੇ ਸਿੱਖ ਵਿੱਚ ਹੋਣੀਆਂ ਚਾਹੀਦੀਆਂ ਹਨ। ਅਤੇ ਜੇਕਰ ਕਹਿੰਦਾ ਇਹ ਜੋ ਤਿੰਨੇ ਚੀਜ਼ਾਂ ਹਨ ਨਾ ਹੋਣ, ਠੀਕ ਹੈ, ਮਤਲਬ ਅਸੀਂ ਕਿਸੇ 'ਤੇ ਰਹਿਮ ਨਾ ਕਰੀਏ ਜਾਂ ਆਪਣਾ ਧਰਮ ਨਾ ਨਿਭਾਈਏ ਜਾਂ ਕਰਮ ਚੰਗੇ ਨਾ ਕਰੀਏ, ਤਾਂ ਕਹਿੰਦਾ ਇਹ ਅੱਗ ਜੋ ਹੈ ਸਾਨੂੰ ਜੇ ਸਾਡੇ ਘਰ ਸਾੜ ਦਿੰਦੀ ਹੈ। ਮਤਲਬ ਕਿ ਜੋ ਲੋਕ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਕੱਢ ਦਿੰਦੇ ਹਨ ਆਪਣੇ ਜੀਵਨ ਵਿੱਚੋਂ, ਤਾਂ ਫਿਰ ਉਹਨਾਂ ਦੇ ਆਪਣੇ ਘਰਾਂ ਵਿੱਚ ਵੀ ਖੁਸ਼ਹਾਲੀ ਨਹੀਂ ਰਹਿੰਦੀ। ਇਸ ਕਰਕੇ ਕਹਿੰਦਾ ਇਹਨਾਂ ਨੂੰ ਕਦੇ ਵੀ ਤੂਲ ਨਹੀਂ ਦੇਣਾ, ਮਤਲਬ ਕਿ ਇਹਨਾਂ ਤੋਂ ਅਸੀਂ ਬੇਮੁਖ ਨਹੀਂ ਹੋਣਾ, ਹਮੇਸ਼ਾ ਰਹਿਮ, ਕਰਮ ਅਤੇ ਧਰਮ ਦੇ ਰਾਹ 'ਤੇ ਹੀ ਚੱਲਣਾ ਹੈ। ਗਰਮੀ ਸੋਚ ਤੇ ਭਾਰੂ ਨਹੀਂ ਹੋਣ ਦੇਣੀ, ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਹੁਣ ਕਹਿੰਦੇ ਨਾ ਕਿ ਕੁਛ ਵੀ ਬੋਲਣਾ ਚਾਹੀਦਾ ਸਾਨੂੰ ਅਤੇ ਹਮੇਸ਼ਾ ਸੋਚ ਸਮਝ ਕੇ ਅਤੇ ਬੜੇ ਹੋਸ਼ ਦੇ ਵਿੱਚ ਬੋਲਣਾ ਚਾਹੀਦਾ ਹੈ। ਠੀਕ ਹੈ, ਕਹਿੰਦਾ ਇਸ ਲਈ ਸਾਨੂੰ ਆਪਣੀ ਸੋਚ ਦੇ ਵਿੱਚ ਕਦੇ ਵੀ ਗੁੱਸਾ ਨਹੀਂ ਲਿਆਉਣਾ ਚਾਹੀਦਾ। ਕਹਿੰਦੇ ਗੁੱਸੇ ਦੇ ਵਿੱਚ ਕਹੀ ਹੋਈ ਗੱਲ ਦਾ ਸਾਨੂੰ ਬਾਅਦ ਵਿੱਚ ਬਹੁਤ ਹੀ ਜੋ ਹੈ ਪਛਤਾਵਾ ਹੁੰਦਾ ਹੈ ਕਿ ਗੁੱਸੇ ਦੇ ਵਿੱਚ ਆ ਕੇ ਅਸੀਂ ਬੋਲ ਤਾਂ ਦਿੰਦੇ ਹਾਂ, ਪਰ ਉਸਦੇ ਜੋ ਅਰਥ ਹਨ ਬਹੁਤ ਨਿਰਰਥ ਹੋ ਜਾਂਦੇ ਹਨ ਅਤੇ ਕਈ ਵਾਰੀ ਅਸੀਂ ਅਜਿਹਾ ਕਦਮ ਚੱਕ ਲੈਂਦੇ ਹਾਂ ਗੁੱਸੇ ਵਿੱਚ ਆ ਕੇ ਜਿਸ ਦਾ ਸਾਨੂੰ ਬਹੁਤ ਵੱਡਾ ਨੁਕਸਾਨ ਭੁਗਤਣਾ ਪੈਂਦਾ ਹੈ। ਇਸ ਕਰਕੇ ਕਹਿੰਦਾ ਗਰਮੀ ਨੂੰ ਆਪਣੀ ਸੋਚ 'ਤੇ ਭਾਰੂ ਨਹੀਂ ਹੋਣ ਦੇਣਾ, ਮਤਲਬ ਕਿ ਆਪਣੇ ਖਿਆਲਾਂ ਦੇ ਵਿੱਚ ਕਦੀ ਵੀ ਗੁੱਸਾ ਨਹੀਂ ਲਿਆਉਣਾ। ਜੇਕਰ ਅਸੀਂ ਬਿਲਕੁਲ ਠੰਡੇ ਸੁਭਾਅ ਦੇ ਰਹਾਂਗੇ ਤਾਂ ਹੀ ਸਾਡੀ ਹੋਸ਼ ਆ ਜਿਹੜੀ ਉਹ
जो है टिकाने ते रहेगी, साडा दिमाग टिकाने ते रहेगा। गर्मी आवे जे सोच नूं लूण वाली, ऐसी गर्मी नूं लिओ फिर बोझ ਸਿੰਘੋ। ਕਹਿੰਦਾ ਜੇਕਰ ਸਾਡੇ ਦਿਮਾਗ ਵਿੱਚ ਇਹੋ ਜਿਹੀ ਕੋਈ ਗਰਮੀ ਆਉਂਦੀ ਹੈ, ਇਹੋ ਜਿਹਾ ਕੋਈ ਗੁੱਸਾ ਆਉਂਦਾ ਹੈ, ਤਾਂ ਗੁਰੂ ਦੇ ਸਿੱਖ ਦਾ ਕੀ ਫਰਜ਼ ਹੈ ਕਿ ਉਹ ਇਹੋ ਜਿਹੇ ਗੁੱਸੇ ਨੂੰ ਕਾਬੂ ਕਰ ਲਵੇ, ਉਸ ਨੂੰ ਖਤਮ ਕਰ ਦੇਵੇ। ਇਹ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਦਿੱਤੇ ਹਨ। ਕਾਫੀ ਲੰਬੀ ਕਵਿਤਾ ਹੈ, ਧਿਆਨ ਦੇ ਨਾਲ ਸਾਰੀ ਤੁਸੀਂ ਸੁਣਨੀ ਹੈ। ਇਹਦੇ ਸ਼ਬਦ ਦੇ ਜੋ ਵਿਆਖਿਆ, ਆਪਣੀ ਕਿਰਤ ਚੋਂ ਕੱਢ ਦਸਵੰਧ, ਆਪਣੀ ਕਿਰਤ ਤੋਂ ਕੱਢ ਦਸਵੰਧ ਦਸਵਾਂ, ਲੋੜਵੰਦਾਂ ਦੇ ਲੇਖੇ ਹਿਲਾ ਦੇਣਾ। ਭੁੱਖ ਕੋਈ, ਵੈਸੇ ਇੱਥੇ ਭੁੱਖਾ ਆਏਗਾ, ਭੁੱਖਾ ਕੋਈ ਦੁਆਰੇ ਆ ਟੁੱਕ ਮੰਗੇ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ। ਹੁਣ ਦੇਖੋ ਇੱਕ ਹੋਰ ਬਹੁਤ ਵੱਡਾ ਅਸੂਲ ਜੋ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਹੈ ਕਿ ਜੇਕਰ ਕਿ ਤੁਸੀਂ ਆਪਣੀ ਕਿਰਤ ਵਿੱਚੋਂ, ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕੀ ਕਰਨਾ ਹੈ, ਦਸਵੰਧ ਕੱਢਣੀ ਹੈ। ਭਾਵ 10ਵਾਂ ਹਿੱਸਾ ਜੋ ਹੈ ਕੱਢਣਾ ਹੈ, ਅਤੇ ਉਸ 10ਵੇਂ ਹਿੱਸੇ ਨੂੰ ਜੋ ਤੁਸੀਂ ਕੱਢਿਆ ਹੈ, ਉਹ 10ਵੇਂ ਹਿੱਸੇ ਦੀ ਜੋ ਕਮਾਈ ਹੈ ਉਹਨੂੰ ਤੁਸੀਂ ਗਰੀਬਾਂ ਦੇ ਲੇਖੇ ਜਾਂ ਲੋੜਵੰਦਾਂ ਦੇ ਲੇਖੇ ਲਾਉਣਾ ਹੈ। ਉਹ ਜੋ ਦਸਵੰਧ ਹੈ, ਕਿਉਂਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਕੱਢ ਰਹੇ ਹੋ, ਉਹਨੂੰ ਕਿਸੇ ਅਜਿਹੇ ਥਾਂ 'ਤੇ ਤੁਸੀਂ ਖਰਚ ਕਰਨਾ ਹੈ ਜਿਸ ਨਾਲ ਵਾਕਿਆ ਹੀ ਕਿਸੇ ਜ਼ਰੂਰਤਮੰਦ ਵਿਅਕਤੀ ਦਾ ਭਲਾ ਹੋ ਸਕੇ। ਅਤੇ ਜੇਕਰ ਤੁਹਾਡੇ ਦੁਆਰੇ, ਮਤਲਬ ਦੁਆਰ 'ਤੇ ਮਤਲਬ ਦਰਵਾਜ਼ੇ 'ਤੇ, ਜੇਕਰ ਸਾਡੇ ਦਰਵਾਜ਼ੇ 'ਤੇ ਕੋਈ ਵੀ ਭੁੱਖਾ ਬੰਦਾ ਆ ਕੇ ਰੋਟੀ ਮੰਗੇ ਤਾਂ ਉਸ ਨੂੰ ਕਦੇ ਵੀ ਖਾਲੀ ਨਹੀਂ ਜਾਣ ਦੇਣਾ। ਕਹਿੰਦੇ ਪੈਸਾ ਨਹੀਂ ਦੇਣਾ, ਕਿਸੇ ਮੰਗਣ ਵਾਲੇ ਨੂੰ ਪੈਸਾ ਨਾ ਦਿਓ, ਉਸ ਨੂੰ ਰੋਟੀ ਖਵਾਓ, ਚਾਹ ਪਿਲਾਓ। ਇਹ ਸਭ ਤੋਂ ਵੱਡਾ ਧਰਮ ਹੈ। ਰੋਟੀ ਖਵਾਉਣਾ ਜੋ ਹੈ ਕਿਸੇ ਗਰੀਬ ਨੂੰ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ, ਕਿਉਂਕਿ ਜੋ ਕਿਸੇ ਦਾ ਪੇਟ ਭਰਦਾ ਹੈ ਪਰਮਾਤਮਾ ਜੋ ਹੈ ਉਸਦਾ ਖੁਦ ਦਾ ਬਹੁਤ ਭਲਾ ਕਰਦਾ ਹੈ। ਅਤੇ ਇਸ ਕਰਕੇ ਕਹਿੰਦਾ ਜੇਕਰ ਕੋਈ ਸਾਡੇ ਦੁਆਰੇ 'ਤੇ ਆ ਕੇ ਰੋਟੀ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਰੋਟੀ ਜ਼ਰੂਰ ਦੇਣੀ ਹੈ। ਨੈਕਸਟ ਪੈਰਾਗ੍ਰਾਫ, ਉੱਚਾ ਨੀਵਾਂ ਨਾ ਕੋਈ ਵੀ ਜੱਗ ਅੰਦਰ, ਇੱਕੋ ਨੂਰ ਇਲਾਹੀ ਦੇ ਸਭ ਬੰਦੇ, ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਨਦੇ। ਕਹਿੰਦੇ ਉੱਚਾ ਅਤੇ ਨੀਵਾਂ, ਮਤਲਬ ਜੋ ਅਸੀਂ ਕਹਿੰਦੇ ਨਾ ਤਾਂ ਕੋਈ ਉੱਚਾ ਹੈ ਨਾ ਕੋਈ ਨੀਵਾਂ ਹੈ। ਭਾਵ ਕਿ ਜੋ ਜਾਤਾਂ ਬਣਾਈਆਂ ਹਨ ਇਸ ਇਨਸਾਨਾਂ ਨੇ ਹੀ ਬਣਾਈਆਂ ਹਨ। ਜਦੋਂ ਪਰਮਾਤਮਾ ਇਸ ਧਰਤੀ 'ਤੇ ਲੋਕਾਂ ਨੂੰ ਭੇਜਦਾ ਹੈ ਤਾਂ ਪਰਮਾਤਮਾ ਇਹਨਾਂ ਚੀਜ਼ਾਂ ਦਾ ਵਖਰੇਵਾਂ ਨਹੀਂ ਕਰਦਾ। ਇਸ ਕਰਕੇ ਕਹਿੰਦਾ ਕੋਈ ਉੱਚਾ ਨਹੀਂ ਹੈ, ਕੋਈ ਨੀਵਾਂ ਨਹੀਂ ਹੈ, ਸਾਰੇ ਜੋ ਹਨ ਇਸ ਸੰਸਾਰ 'ਤੇ ਇੱਕੋ ਜਿਹੇ ਹਨ। ਉਸ ਨੂਰ ਇਲਾਹੀ ਦੇ ਮਤਲਬ ਉਸ ਪਰਮਾਤਮਾ ਦੇ ਸਾਰੇ ਬੰਦੇ ਹਨ, ਅਤੇ ਸਾਰੇ ਜੋ ਇਹ ਬੰਦੇ ਹਨ ਉਹਨਾਂ ਨੂੰ ਰੱਬ ਦਾ ਰੂਪ ਸਮਝ ਕੇ ਪਿਆਰ ਕਰਨਾ ਚਾਹੀਦਾ ਹੈ, ਅਤੇ ਕਿਸੇ ਨੂੰ ਵੀ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ। ਭਾਵ ਕਿ ਜੇਕਰ ਅਸੀਂ ਕਿਸੇ ਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਰੂਪ ਦੇਖਾਂਗੇ ਤਾਂ ਫਿਰ ਅਸੀਂ ਉਸ ਨੂੰ ਮਾੜਾ ਬੋਲ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਜੇਕਰ ਅਸੀਂ ਉਸ ਨੂੰ ਮਾੜਾ ਬੋਲਾਂਗੇ ਤਾਂ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋਏਗਾ ਕਿ ਅਸੀਂ ਪਰਮਾਤਮਾ ਨੂੰ ਹੀ ਅਪਸ਼ਬਦ ਬੋਲ ਰਹੇ ਹਾਂ। ਇਸ ਕਰਕੇ ਜੋ ਗਰੀਬ ਹੈ, ਜੋ ਅਮੀਰ ਹੈ, ਅਤੇ ਜਾਂ ਫਿਰ ਕੋਈ ਉੱਚੀ ਜਾਤ ਵਾਲਾ ਜਾਂ ਕੋਈ ਨੀਵੀਂ ਜਾਤ ਵਾਲਾ, ਸਾਰੇ ਜੋ ਹਨ ਬਰਾਬਰ ਹਨ, ਉਸ ਪਰਮਾਤਮਾ ਦੇ ਭੇਜੇ ਹੋਏ ਇਨਸਾਨ ਹਨ। ਅੱਗੇ ਹੁਣ ਦੇਖੋ ਹੋਰ ਕਿਹੜਾ ਰੂਲ ਜੋ ਹੈ ਖਾਲਸੇ ਨੂੰ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ, ਕਿੰਨਾਂ ਚੀਜ਼ਾਂ ਦੀ ਕਹਿੰਦੇ ਰਾਖੀ ਕਰਨੀ ਕਿਹਾ ਗਿਆ ਹੈ। ਇਸ ਵਿੱਚ ਗਊ, ਗਰੀਬ ਅਤੇ ਔਰਤ, ਗਊ, ਗਰੀਬ ਅਤੇ ਔਰਤ ਦੀ ਕਰੋ ਰਾਖੀ, ਜਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ, ਲਾਲਚ ਵਿੱਚ ਆ ਧੀਆਂ ਵੇਚਣਾ ਨਾ, ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ। ਇਹ ਇੱਕ ਹੋਰ ਜੋ ਹੈ ਖਾਲਸੇ ਨੂੰ ਉਪਦੇਸ਼ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਸਾਨੂੰ ਗਊ ਦੀ, ਗਰੀਬਾਂ ਦੀ ਅਤੇ ਔਰਤਾਂ ਦੀ ਰਾਖੀ ਕਰਨੀ ਹੈ। ਠੀਕ ਹੈ, ਇਹਨਾਂ ਤਿੰਨਾਂ ਚੀਜ਼ਾਂ ਦੀ ਅਸੀਂ ਰਾਖੀ ਕਰਨੀ ਹੈ, ਰੱਖਿਆ ਕਰਨੀ ਹੈ ਕਿਸੇ ਵੀ ਹਾਲਤ ਵਿੱਚ। ਅਤੇ ਜਬਰ ਜ਼ੁਲਮ, ਕਿਸੇ 'ਤੇ ਜ਼ੁਲਮ ਨਹੀਂ ਕਰਨਾ, ਕਿਸੇ ਨਾਲ ਜ਼ਬਰਦਸਤੀ ਨਹੀਂ ਕਰਨੀ ਕਿਸੇ ਵੀ ਕਿਸਮ ਦੀ, ਮਤਲਬ ਇਸ ਤਰ੍ਹਾਂ ਦੇ ਰਾਹ 'ਤੇ ਨਹੀਂ ਪੈਣਾ, ਜਬਰ ਜ਼ੁਲਮ ਦੇ, ਕਿਸੇ ਦੇ ਨਾਲ ਜ਼ੁਲਮ ਨਹੀਂ ਕਰਨਾ, ਮਤਲਬ ਜ਼ੁਲਮ ਦੇ ਰਾਹ 'ਤੇ, ਜਬਰ ਦੇ ਰਾਹ 'ਤੇ ਅਸੀਂ ਕਦੇ ਵੀ ਨਹੀਂ ਪੈਣਾ, ਹਮੇਸ਼ਾ ਚੰਗੇ ਕੰਮ ਕਰਨੇ ਹਨ। ਅਤੇ ਲਾਲਚ ਵਿੱਚ ਆ ਕੇ ਧੀਆਂ ਵੇਚਣਾ ਨਾ, ਕੁਝ ਲੋਕ ਕੀ ਹੁੰਦੇ ਹਨ ਕਿ
जी पैसे लैके अपनी धी का जो विआह है किसी अजिही जगह कर देंदे हैं जो सूटेबल नहीं हुंदा। कहंदा अजिहा नहीं करना, लालच विच आके अपनी धीआं नूं नहीं वेचना और मूँह मंग के कभी भी दाज नहीं लैना। सब तो वड्डा गुनाह मन्निया है जो लोग मूँहों मंग के दाज लेंदे हन। इस करके कभी भी दाज मूँहों मंग के नहीं लैना, ये खालसे दा वड्डा फर्ज है। फसता जुलम दा वढ़ना है जिसने ऐसा रूप शिंगारिया खालसे दा, शर्म धर्म वाला चंगे कर्म वाला मैं नवां रंग निखारिया खालसे दा। देखो की कह रहे हैं ਇਹਦੇ ਵਿੱਚ कवि हरचंदपुरी। ये जो कविता है ना गुरु गोबिंद सिंह जी के काव्य संग्रह विचों ही ली गई है। तो ये हुण की कह रहे हैं कि फसता जुलम दा वढ़ना है, मतलब जुलम का जो है खात्मा करना है। इन्हें जो ये खालसा धर्म की, खालसा पंथ की जो स्थापना हुई है ना, उसकी स्थापना पिछे मकसद की सी कि ਜਿਹੜੇ चारे पासे जुलम हो रहे सन उन्होंने जुलमां का खात्मा करना है। कहता जो मैं खालसा पंथ संगारिया है, खालसा पंथ बनाया है, ये इसे लिए बनाया है, इसका रूप इहो जिहा है कि इसने जुलमां का खात्मा करना है। हुण यह जिहड़ा खालसा है ये शर्म धर्म वाला तो चंगे कर्मां वाला है, भाव इनू लज लिहाज है, वड्डे दी शर्म है, फिर धर्म है, अपना धर्म निभाउण वाला है, तो चंगे कर्म करन वाला है। इहो जिहा खालसा जो है साजिया है, भाव कि जो खालसा पंथ जो साजिया तो उन्होंने अपने ਸਿੰਘਾਂ ਨੂੰ शर्म धर्म ਅਤੇ चंगे कर्म वाला खालसाई रूप प्रदान किया सी। अगे हुण ਇਹ देखो गुरु गोबिंद सिंह जी जो हैं ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਰਹੇ ਹਨ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ। ਪੰਜੇ ਬਾਣੀਆਂ ਦੇ ਨਾਲ ਨਿਵਾਜਿਆ ਮੈਂ, पंजे दे के ककार अज खालसे नूं। कहते कि जिस जदों अमृत पान करवाया जाता है, अमृत छकाया जाता है, तो वो जो अमृत तैयार किया जाता है ना, उस सब तो पहला पंजा बाणियां का पाठ किया जाता है, तो फिर उस अमृत नूं तैयार किया जाता है। इसी तरह जदों उन्होंने खालसा पंथ की स्थापना की सी उदों भी पंजा बाणियां दे नाल उन्होंने इसकी स्थापना की। पंज ककार जो हैं वो प्रदान किए सन। बाणी बाटे, बाणी बाणे ते युद्ध दी पान चाड़ी। बाणी मतलब साडा बोली, बाणा ते युद्ध दी पान चाड़ी मतलब कि जो पहले समय दे विच जिद्दां श्री गुरु नानक देव जी सन, ये जो सन युद्ध मैदानां दे विच लड़ाइयां दे विच विश्वास नहीं रखते सन, ते जो गुरु गोबिंद सिंह जी सन इन्हां ने फिर जो है अपनी जुल्मां के खिलाफ आवाज़ उठाते हुए युद्धां दी जो है रस्म शुरू की कि अपना राखी वास्ते असी युद्ध भी कर सकते हाँ। एक उन्होंने बाणा प्रदान किया इस तरह का, और बाणी ते मतलब युद्ध की पान चाड़ दी। पान चाड़ देना मतलब उसनू नवा रूप दे देना। टक्कर लऊ जो जुलम दे नाल सूरा, युद्धां विच मैं उसका साथ देना, लालो दलित गरीबां का साथ दे के जालम भूपां नू हर पल मात देना। कहते जो टक्कर लऊगा जुल्मां के खिलाफ, जो जुल्म के खिलाफ जिहड़ा सूरा मतलब बहादुर, जो बहादुर जुल्म के खिलाफ टक्कर लऊगा या जुल्मां का मुकाबला करूगा, जो गुरु गोबिंद सिंह जी कहते हैं कि मैं आप उन्हां दा युद्धां दे विच साथ दूँगा। जिस तरह के भाई लालो, फिर कोई गरीब होर कहना उन्हां दा साथ देना है, भाव कि जो जाबर जुल्मी हैं उन्हां दा साथ नहीं देना, जो गरीब मेहनती किरती हैं उन्हां दा हमेशा साथ दे के जालम मतलब जालमियां नूं हर समय हार देना उन्हां दा मकसद सी। इक्को बाटे विचों अमृत तुसी छकिया, रही जात ना पात अज खालसे दी, इक्को रूप स्वरूप अते धर्म इक्को, सांझी वालता दात अज खालसे दी। हुण देखो जदों अमृत छकाया जाता है तो उदों फिर कोई जात पात नहीं देखी जाती, कोई उच्चा नीवा नहीं देखा जाता, सारिਆਂ ਨੂੰ ਇੱਕੋ ਬਾਟੇ ਦੇ ਵਿੱਚੋਂ ਅੰਮ੍ਰਿਤ ਪਾਨ ਛਕਾਇਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਖਾਲਸਾ ਪੰਥ ਸਾਜਿਆ ਸੀ ਤਾਂ ਸਾਰਿਆਂ ਨੂੰ ਫਿਰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਅਤੇ ਸਾਰਿਆਂ ਦੀ ਇੱਕੋ ਜਾਤ ਕਰ ਦਿੱਤੀ ਸੀ।
रही जात ना पात अज खालसे दी। इक्को रूप स्वरूप ते धर्म इक्को, सारिਆਂ ਦਾ रूप ਇੱਕੋ ਜਿਹਾ ਕਰ ਦਿੱਤਾ ਸੀ ਤੇ ਸਾਂਝੀਵਾਲਤਾ ਦੀ ਦਾਤ ਉਹਨਾਂ ਨੇ ਵੰਡੀ ਸੀ ਖਾਲਸਿਆਂ ਨੂੰ ਕਿ ਤੁਸੀਂ ਸਾਂਝੀਵਾਲਤਾ ਲਈ ਕੰਮ ਕਰਨਾ ਹੈ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ, ਮੇਰੀ ਹੋਂਦ ਹੈ ਸਿਧਾਂਤ ਤੇ ਸੱਚ ਅੰਦਰ, ਲੱਭਣਾ ਹੋ ਇਹਨਾਂ ਚੋਂ ਰਮਚ ਲੈਣਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਐਂਡ ਵਿੱਚ ਕਿਹਾ ਸੀ ਕਿ ਜਿਹੜਾ ਬੰਦਾ ਆਪਣੇ ਪੰਥ ਤੋਂ ਮੁਨਕਰ ਹੋ ਜਾਊਗਾ, ਭਾਵ ਆਪਣੇ ਅਸੂਲਾਂ ਨੂੰ ਛੱਡ ਦੇਊਗਾ, ਜੋ ਖਾਲਸਾਈ ਸਿਧਾਂਤ ਹਨ ਉਹਨਾਂ ਨੂੰ ਨਹੀਂ ਅਪਣਾਊਗਾ, ਤਾਂ ਮੈਂ ਉਹਦਾ ਕਿਸੇ ਦਾ ਸਾਥ ਨਹੀਂ ਦੇਵਾਂਗਾ। ਮੇਰੀ ਸਿਧਾਂਤ ਕਹਿੰਦਾ ਸੱਚ ਦੇ ਅੰਦਰ ਹੀ ਹੈ, ਕਹਿੰਦਾ ਮੈਂ ਉਸ ਦਾ ਸਾਥ ਦਊਂਗਾ ਜੋ ਬੰਦਾ ਸੱਚਾ ਹੋਊਗਾ, ਜੋ ਬੰਦਾ ਝੂਠਾ ਹੋਊਗਾ, ਜਾਬਰ ਹੋਊਗਾ, ਮੈਂ ਉਸ ਦਾ ਸਾਥ ਕਦੀ ਵੀ ਨਹੀਂ ਦੇਵਾਂਗਾ। ਕਿਰਤੀ ਕਾਮੇ ਤੇ ਗ੍ਰਹਿਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ, ਕਿਰਤ ਕਰਤਾ ਰੂਪ ਕਰਤਾਰ ਬੰਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਕਹਿੰਦੇ ਜੋ ਕਿਰਤੀ ਕਾਮੇ ਤੇ ਗ੍ਰਹਿਸਤੀ ਹਨ ਇਹ ਸਦਾ ਹੀ ਵੱਡੇ ਹਨ। ਕਿਰਤੀ ਮਤਲਬ ਜਿਹੜੇ ਹੱਥੀਂ ਮਿਹਨਤ ਕਰਦੇ ਹਨ, ਠੀਕ ਹੈ। ਕਾਮੇ ਉਹੀ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਹਨ, ਤੇ ਗ੍ਰਹਿਸਤੀ ਜੋ ਹਨ ਘਰ ਵਿੱਚ ਰਹਿ ਕੇ ਹੀ ਚੰਗੇ ਕਰਮ ਕਰਦੇ ਹਨ। ਕਹਿੰਦੇ ਇਹਨਾਂ ਵਿੱਚ ਹੀ ਕਰਤਾਰ ਪਰਮਾਤਮਾ ਜੋ ਹੈ ਵਸਦਾ ਹੈ। ਕਿਉਂਕਿ ਇਹ ਲੋਕ ਬੜੇ ਮਨ ਦੇ ਸੱਚੇ ਹੁੰਦੇ ਹਨ ਅਤੇ ਬੜੀ ਹੀ ਮਿਹਨਤ ਦੇ ਨਾਲ ਆਪਣਾ ਜੋ ਹੈ ਕੰਮ ਕਰਦੇ ਹਨ। ਕਿਰਤ ਕਰਤਾ ਰੂਪ ਕਰਤਾਰ ਬੰਦੀ, ਕਹਿੰਦੇ ਜੋ ਕਿਰਤ ਹੈ, ਜੋ ਮਿਹਨਤ ਹੈ, ਉਹੀ ਜੋ ਹੈ ਰੰਗ ਲਿਆਉਂਦੀ ਹੈ, ਉਹੀ ਪਰਮਾਤਮਾ ਦਾ ਰੂਪ ਬਣਦੀ ਹੈ। ਅਤੇ ਇਸ ਕਿਰਤ ਵਿੱਚ, ਇਸ ਮਿਹਨਤ ਵਿੱਚ ਹੀ ਜੋ ਹੈ ਪੂਰੀ ਸ੍ਰਿਸ਼ਟੀ, ਪੂਰਾ ਸੰਸਾਰ ਦਾ ਪਿਆਰ ਹੱਸਦਾ ਹੈ। ਭਗਤੀ ਨਾਮ ਦੀ ਵਿੱਚੋਂ ਹੁਣ ਮਿਲੂ ਸ਼ਕਤੀ। ਹੁਣ ਦੇਖੋ ਭਗਤੀ ਨਾਮ ਦੀ ਭਗਤੀ ਵਿੱਚੋਂ ਸਾਨੂੰ ਸ਼ਕਤੀ ਮਿਲੇਗੀ। ਜੇਕਰ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਅਸੀਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਵਾਂਗੇ, ਸਾਨੂੰ ਕਦੇ ਵੀ ਕਿਸੇ ਦਾ ਕੋਈ ਡਰ ਨਹੀਂ ਰਹੇਗਾ। ਦੇਵ ਹੌਸਲਾ ਨਵਾਂ ਕਿਰਪਾਨ ਮੇਰੀ, ਲੇਖੇ ਧਰਮ ਦੇ ਸੱਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਇਹਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਜੋ ਖਾਨਦਾਨ ਹੈ, ਪੂਰਾ ਪਰਿਵਾਰ ਹੈ, ਦੇਸ਼ ਦੇ ਲੇਖੇ ਲਾ ਦਿੱਤਾ, ਉਸੇ ਤਰ੍ਹਾਂ ਉਹਨਾਂ ਨੇ ਆਪਣੇ ਖਾਲਸੇ ਨੂੰ ਵੀ ਇਹੀ ਸਿੱਖਿਆ ਦਿੱਤੀ ਹੈ ਕਿ ਤੁਸੀਂ ਪਰਮਾਤਮਾ ਦੀ ਭਗਤੀ ਕਰਨੀ ਹੈ, ਇਹਦੇ ਵਿੱਚੋਂ ਤੁਹਾਨੂੰ ਸ਼ਕਤੀ ਮਿਲੇਗੀ। ਇਹ ਜੋ ਕਿਰਪਾਨ ਪਾਈ ਹੈ ਇਹ ਤੁਹਾਨੂੰ ਇੱਕ ਨਵਾਂ ਹੌਸਲਾ ਦੇਵੇਗੀ, ਅਤੇ ਇਸ ਕਰਕੇ ਤੁਸੀਂ ਇਹ ਮਨ ਵਿੱਚ ਧਾਰਨਾ ਹੈ ਕਿ ਅਸੀਂ ਜੋ ਹੈ ਸਾਰਾ ਧਰਮ ਦੇ ਖਾਤਰ ਆਪਣਾ ਘਰ ਪਰਿਵਾਰ ਤੇ ਜਾਨ ਲੇਖੇ ਲਾ ਦੇਣੀ ਹੈ। ਲੇਖੇ ਲਾ ਦੇਣੀ ਹੈ ਭਾਵ ਸਮਰਪਿਤ ਕਰ ਦੇਣਾ ਹੈ। ਜੋ ਕੁਝ ਹੈ ਉਹ ਸਭ ਪਰਮਾਤਮਾ ਦਾ ਹੀ ਹੈ, ਅਤੇ ਇਸ ਕਰਕੇ ਲੋੜ ਪੈਣ 'ਤੇ ਅਸੀਂ ਸਭ ਕੁਝ ਕੁਰਬਾਨ ਕਰ ਸਕਦੇ ਹਾਂ। ਸਾਰੇ ਧਰਮਾਂ ਦੇ ਚੰਗੇ ਜੋ ਤਰਕ ਲੈ ਕੇ ਮਹਿਲ ਸਿੱਖੀ ਦਾ ਅਸੀਂ ਉਸਾਰਿਆ ਹੈ, ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ। ਮਤਲਬ ਇਹ ਜੋ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ, ਸਾਰੇ ਧਰਮਾਂ ਦੇ ਜੋ ਚੰਗੇ ਗੁਣ ਹਨ ਉਹ ਉਹਨਾਂ ਨੇ ਲੈ ਲਏ ਹਨ, ਅਤੇ ਉਹ ਸਾਰੇ ਧਰਮਾਂ ਦੇ ਵਿੱਚੋਂ ਚੰਗੇ ਗੁਣ ਇਕੱਠੇ ਕਰਕੇ ਉਹਨਾਂ ਨੇ ਸਿੱਖੀ ਦਾ ਜੋ ਜਿਹੜਾ ਖਾਲਸਾ ਪੰਥ ਸਾਜਿਆ ਹੈ ਉਹ ਮਹਿਲ ਉਸਾਰਿਆ ਹੈ। ਅਤੇ ਕਹਿੰਦਾ ਮੀਰੀ ਅਤੇ ਪੀਰੀ, ਜਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਜੀ ਨੇ ਜੋ ਕਿਰਪਾਨਾਂ ਧਾਰਨ ਕੀਤੀਆਂ ਸਨ, ਅਤੇ ਕਹਿੰਦਾ ਉਹਨਾਂ ਨੂੰ ਹੀ ਥੋੜ੍ਹਾ ਜਿਹਾ ਵਿੱਚ ਨਵਾਂ ਰੰਗ ਭਰ ਕੇ ਉਹਨਾਂ ਨੇ ਖਾਲਸਾ ਜੋ ਹੈ ਬਣਾ ਦਿੱਤਾ ਹੈ। ਕਿਉਂਕਿ ਕਿਰਪਾਨ ਤਲਵਾਰਾਂ ਤਾਂ ਪਹਿਲਾਂ ਵੀ ਹਰਗੋਬਿੰਦ ਜੀ ਨੇ ਧਾਰਨ ਕਰ ਲਈਆਂ ਸਨ, ਪਰ ਇਹ ਆਮ ਜਨਤਾ ਤੱਕ ਨਹੀਂ ਸਨ। ਉਹਨਾਂ ਨੇ ਜੋ ਤਲਵਾਰਾਂ ਧਾਰਨ ਕੀਤੀਆਂ ਸਨ ਅਤੇ ਉਸ ਸਮੇਂ ਸਿੰਘ ਨਹੀਂ ਸਜਾਇਆ ਸੀ, ਅਤੇ ਉਸੇ ਜਿਹੜਾ ਮਤਲਬ ਰਸਮ ਸੀ ਉਸ ਨੂੰ ਹੀ ਅੱਗੇ ਇਹਨਾਂ ਨੇ ਹੋਰ ਥੋੜ੍ਹਾ ਜਿਹਾ ਵਧਾ ਚੜ੍ਹਾ ਕੇ ਅਤੇ ਵਧੀਆ ਕਰਕੇ ਇੱਕ ਖਾਲਸਾ ਬਣਾ ਦਿੱਤਾ ਹੈ। ਝੋਲੀ ਪਾਇਆ ਮੈਂ ਖਾਲਸਾ ਪੰਥ ਤੁਹਾਡੀ, ਇਸ ਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ, ਇਸ ਦੀ ਸੋਚ ਵਿੱਚ ਸੱਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਕੀ ਕਹਿ ਰਹੇ ਹਨ ਕਿ ਮੈਂ ਜੋ ਖਾਲਸਾ ਪੰਥ ਤੁਹਾਡੀ ਝੋਲੀ ਵਿੱਚ ਪਾਇਆ ਹੈ, ਹੁਣ ਤੁਸੀਂ ਇਸ ਦੀ ਸਾਂਭ ਸੰਭਾਲ ਕਰਨੀ ਹੈ, ਇਸ ਨੂੰ ਬਹੁਤ ਹੀ ਜੋ ਹੈ ਇਸ ਤਰ੍ਹਾਂ ਜੋ ਹੈ ਕਿ ਅਸੀਂ ਇਸ ਖਾਲਸਾ ਪੰਥ ਦੀ ਬਹੁਤ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕਰਨੀ ਹੈ, ਅਤੇ ਇਸ ਦੀ ਸੋਚ ਵਿੱਚ ਅਸੀਂ ਸੱਜਰੇ ਫੁੱਲ ਧਰਨੇ ਹਨ, ਮਤਲਬ ਇਸ ਨੂੰ ਨਮਸਕਾਰ ਕਰਨਾ ਹੈ, ਅਤੇ ਇਸ ਦੇ ਜੋ ਗੁਣ ਦੱਸੇ ਹੋਏ ਹਨ, ਜੋ ਉਪਦੇਸ਼ ਦੱਸੇ ਹੋਏ ਹਨ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ
ਢਾਲਣਾ ਹੈ ਤੇ ਉਹਨਾਂ ਦੇ ਅਨੁਸਾਰ ਹੀ ਆਪਣੇ ਕਰਮ ਕਰਨੇ ਹਨ। ਤੇ ਇਹ ਸੀ ਕਵਿਤਾ ਗੁਰੂ ਉਪਦੇਸ਼, ਜੋ ਸਾਨੂੰ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਜਦੋਂ ਸਿੱਖੀ ਦੀ ਸਥਾਪਨਾ ਕੀਤੀ ਸੀ, ਖਾਲਸੇ ਪੰਥ ਦੀ ਸਥਾਪਨਾ ਕੀਤੀ ਸੀ, ਤਾਂ ਆਪਣੇ ਖਾਲਸੇ ਨੂੰ ਇਹ ਸਾਰੇ ਉਪਦੇਸ਼ ਦਿੱਤੇ ਸਨ। ਅਤੇ ਇਸ ਤਰ੍ਹਾਂ ਹੁਣ ਤੁਸੀਂ ਇਹਦੀ ਅਸਾਈਨਮੈਂਟ ਜੋ ਹੈ ਉਹ ਕਰਨੀ ਹੈ। ਅਤੇ ਤਦ ਤੱਕ ਲਈ ਧੰਨਵਾਦ।